ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਸਾਹਿਬ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਦੀਆਂ ਗੁਰੂ ਨਾਨਕ ਸਾਹਿਬ ਜੀ ਦੇ ਸੁਨਹਿਰੀ ਉਪਦੇਸ਼ਾਂ ਨੂੰ ਕਮਾਉਣ ਤੇ ਉਸ ਅਨੁਸਾਰ ਚੱਲਣ ਵਾਲੇ ਗੁਰਸਿੱਖਾਂ ਨੂੰ ਲੱਖ ਲੱਖ ਵਧਾਈਆਂ। ਮਨੁੱਖਤਾ ਦੇ ਰਹਿਬਰ ਸਤਿਗੁਰੂ ਨਾਨਕ ਸਾਹਿਬ ਜੀ ਦਾ 552ਵਾਂ ਪ੍ਰਕਾਸ਼ ਦਿਹਾੜਾ ਨਾਨਕ ਨਾਮ ਲੇਵਾ ਸਿੱਖ ਜਗਤ ਬਹੁਤ ਹੀ ਸ਼ਰਧਾ ਭਾਵਨਾ ਨਾਲ 19 ਨਵੰਬਰ ਨੂੰ ਮਨਾ ਰਿਹਾ ਹੈ। ਸਿੱਖ ਕੌਮ ਦੇ ਵਿਦਵਾਨ ਇਸ ਨੂੰ ਇੱਕ ਵਿਸਾਖ ਮੰਨਦੇ ਹਨ। ਸਤਿਗੁਰੂ ਨਾਨਕ ਜੀ ਅਸੀਂ ਆਪ ਜੀ ਦੇ ਸਿੱਖ ਕਹਾਉਣ ਵਾਲੇ ਇੱਕ ਦੂਜੇ ਨੂੰ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਣ ਲੈਣ, ਪ੍ਰਭਾਤ ਫੇਰੀਆਂ, ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ, ਗੁਰੂ ਕੇ ਅਤੁੱਟ ਲੰਗਰ ਲਗਾ ਕੇ, ਸਟੇਜਾਂ ਤੇ ਵਿਚਾਰ ਰੱਖ ਕੇ ਆਪ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਬੇਸ਼ੱਕ ਬਾਬਾ ਨਾਨਕ ਜੀ ਅਸੀਂ ਆਪ ਜੀ ਦੇ ਗੁਰਬਾਣੀ ਰੂਪੀ ਉਪਦੇਸ਼ਾਂ ਨੂੰ ਮੰਨਣ ਤੋਂ ਗੁਰੇਜ਼ ਹੀ ਨਹੀਂ ਕਰ ਰਹੇ, ਸਗੋਂ ਉਸ ਤੋਂ ਉਲਟ ਜਿਸ ਤੋਂ ਆਪ ਜੀ ਨੇ ਵਰਜਿਤ ਕੀਤਾ ਸੀ ਉਹ ਹੀ ਕਰਮਕਾਂਡ ਕਰ ਕਰਕੇ ਵੀ ਆਪ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਮਨਾ ਹੀ ਰਹੇ ਹਾਂ। ਪਰ ਬਾਬਾ ਨਾਨਕ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਉਹਨਾਂ ਗੁਰਸਿੱਖਾਂ ਬੇਸ਼ੱਕ ਉਹ ਵਿਰਲੇ ਹੀ ਹਨ, ਉਹਨਾਂ ਨੂੰ ਕੋਟਨ ਕੋਟ ਵਧਾਈਆਂ ਜਿਨ੍ਹਾਂ ਨੇ ਆਪ ਜੀ ਦੇ ਹੁਕਮਾਂ ਨੂੰ ਮੰਨ ਕੇ ਉਸੇ ਉੱਪਰ ਚੱਲ ਕੇ ਆਪਣੇ ਜੀਵਨ ਨੂੰ ਸਚਿਆਰ ਬਣਾਇਆ ਹੈ। ਪਰ ਬਾਬਾ ਨਾਨਕ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੈਂ ਵਧਾਈ ਕਿੰਜ ਦੇਵਾਂ, ਕਿਉਂਕਿ ਜਦੋਂ ਮੈਂ ਆਪਣੜੇ ਗਰੀਵਾਨ ਵਿੱਚ ਝਾਤ ਮਾਰਦਾ ਹਾਂ ਤਾਂ ਆਪ ਜੀ ਨੇ ਜੋ ਇਲਾਹੀ ਗੁਰਬਾਣੀ ਰੂਪੀ ਉਪਦੇਸ਼ ਦਿੱਤਾ ਹੈ, ਮੇਰਾ ਮਨ ਉਸ ਦੇ ਮੁੱਢਲੇ ਸਰੂਪ ਨੂੰ ਸਮਝ ਕੇ ਉਸ ਉੱਪਰ ਚੱਲ ਹੀ ਨਹੀਂ ਰਿਹਾ। ਬਾਬਾ ਨਾਨਕ ਜੀ ਤੁਸੀਂ ਆਰੰਭ ਵਿੱਚ ਹੀ ਇੱਕ ਅਕਾਲ ਪੁਰਖ, ਉਸ ਦਾ ਨਾਮ ਸਦੀਵੀ ਹੋਂਦ ਵਾਲਾ, ਸਰਬ ਵਿਆਪਕ, ਸਾਰੀ ਸ੍ਰਿਸ਼ਟੀ ਨੂੰ ਸਿਰਜ ਕੇ ਉਹ ਇਸ ਵਿੱਚ ਆਪ ਬੈਠਾ ਹੈ, ਉਹ ਡਰ ਰਹਿਤ ਹੈ ਤੇ ਉਸ ਦਾ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਆਕਾਰ ਨਹੀਂ ਤੇ ਨਾ ਹੀ ਉਸ ਉੱਪਰ ਸਮੇਂ ਦਾ ਕੋਈ ਪ੍ਰਭਾਵ ਹੈ ਤੇ ਉਹ ਜੰਮਣ ਮਰਨ ਤੋਂ ਵੀ ਰਹਿਤ ਹੈ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ ਹੈ। ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰੇ ਹੋਣੇ ਸਨ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ, ਜੋ ਤੁਸੀਂ ਉਸ ਅਕਾਲ ਪੁਰਖ ਦੇ ਗੁਣਾ ਰੂਪੀ ਧੁਰ ਕੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੁੰਚਨ ਲਈ ਪਰੋਸ ਦਿੱਤੀ ਹੈ। ਬਾਬਾ ਜੀ ਜਦੋਂ ਮੈਂ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਆਪ ਜੀ ਦੇ ਇਹਨਾਂ ਅਕਾਲ ਪੁਰਖ ਦੇ ਗੁਣ ਰੂਪੀ ਗੁਰਬਾਣੀ ਨੂੰ ਪੜ੍ਹ ਸੁਣ ਕੇ ਵਿਚਾਰ ਕਰਕੇ ਇਸ ਉੱਪਰ ਚੱਲਣ ਲਈ ਤਿਆਰ ਹੀ ਨਹੀਂ ਹਾਂ ਤਾਂ ਫਿਰ ਮੈਂ ਕਿਵੇਂ ਆਪ ਜੀ ਦਾ ਸਿੱਖ ਅਖਵਾ ਸਕਦਾ ਹਾਂ ਤੇ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਕਿੰਜ ਆਖਾਂ। ਬਾਬਾ ਜੀ ਤੁਸੀਂ ਉਪਦੇਸ਼ ਦਿੱਤਾ ਸੀ ਅਕਾਲ ਪੁਰਖ ਇੱਕ ਦਾ, ਮੈਂ ਇੱਕ ਨਾਲ ਜੁੜ ਕੇ ਇਹ ਗੁਣ ਧਾਰਨ ਕਰਨਾ ਸੀ। ਅਕਾਲ ਪੁਰਖ ਦੀ ਰਚਿਤ ਸ੍ਰਿਸ਼ਟੀ ਵਿੱਚ ਮੈਨੂੰ ਸਿਰਫ ਇੱਕ ਤੂੰ ਹੀ ਨਜ਼ਰ ਆਉਂਦਾ, ਪਰ ਬਾਬਾ ਜੀ ਮੈਨੂੰ ਤਾਂ ਆਪਣੇ ਪਰਿਵਾਰਾਂ, ਭਾਈਚਾਰੇ ਤੇ ਆਲੇ ਦੁਆਲੇ ਵਿੱਚ ਤੂੰ ਨਜ਼ਰ ਹੀ ਨਹੀਂ ਆਉਂਦਾ ਤੇ ਸਾਰੀ ਸ੍ਰਿਸ਼ਟੀ ਵਿੱਚ ਕਿਵੇਂ ਆਵੇਂ। ਨਿਰਭਉ ਤੇ ਨਿਰਵੈਰ ਅਕਾਲ ਪੁਰਖ ਨੂੰ ਜਪ ਕੇ ਮੈਂ ਡਰ ਤੇ ਵੈਰ ਰਹਿਤ ਬਣਨਾ ਸੀ, ਪਰ ਬਾਬਾ ਜੀ ਮੈਂ ਅਕਾਲ ਪੁਰਖ ਦੇ ਡਰ ਤੋਂ ਤਾਂ ਰਹਿਤ ਹੋ ਗਿਆ, ਇਸ ਕਰਕੇ ਮੈਂ ਮਾੜੇ ਕੰਮ ਕਰਨ ਲੱਗਾ, ਪਰਵਾਹ ਨਹੀਂ ਕਰਦਾ, ਪਰ ਆਪ ਜੀ ਦੇ ਬਣਾਏ ਬੰਦਿਆਂ ਤੋਂ ਉਂਝ ਡਰਦਾ ਹਾਂ ਤੇ ਕੋਈ ਵੀ ਗਲਤ ਕੰਮ ਉਹਨਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਤੇ ਡਰ ਕੇ ਕਰਦਾ ਹਾਂ। ਵੈਰ ਰਹਿਤ ਇੰਨਾ ਕੁ ਹੋਇਆ ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿੱਥੇ ਕਿ ਆਪ ਜੀ ਦੇ ਉਪਦੇਸ਼ਾਂ ਅਨੁਸਾਰ ਚੱਲਣ ਦੀ ਸਿੱਖਿਆ ਗ੍ਰਹਿਣ ਕਰਨੀ ਸੀ ਤੇ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਸੀ, ਮੈਂ ਉੱਥੇ ਜਾ ਕੇ ਵੀ ਇੱਕ ਦੂਜੇ ਨੂੰ ਨਫ਼ਰਤ, ਈਰਖਾ ਤੇ ਵੈਰ ਭਾਵਨਾ ਦੇ ਨਾਲ ਹੀ ਤੱਕਦਾ ਹਾਂ।
ਬਾਬਾ ਜੀ ਆਪ ਜੀ ਨੇ ਜਪਜੀ ਸਾਹਿਬ ਵਿੱਚ ਸਚਿਆਰ ਬਣਨ ਲਈ ਉਪਦੇਸ਼ ਦਿੱਤਾ ਸੀ। ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਸਾਡੀ ਹਉਮੈ ਦੇ ਕਾਰਨ ਅਕਾਲ ਪੁਰਖ ਨਾਲ ਵਿਥ ਪਈ ਹੋਈ ਹੈ, ਇਹ ਅਕਾਲ ਪੁਰਖ ਦੀ ਰਜਾ ਤੇ ਗੁਣਾ ਰੂਪੀ ਹੁਕਮ ਨੂੰ ਮੰਨ ਕੇ ਤੇ ਉਸ ਉੱਪਰ ਚੱਲ ਕੇ ਹੀ ਦੂਰ ਹੋ ਸਕਦੀ ਹੈ, ਤੇ ਅਸੀਂ ਤਾਂ ਹੀ ਸਚਿਆਰ ਬਣ ਸਕਦੇ ਹਾਂ। ਜਪਜੀ ਸਾਹਿਬ ਵਿੱਚ ਹੀ ਸਚਿਆਰ ਬਣਨ ਲਈ ਆਚਰਣ ਪਵਿੱਤਰ ਹੋਵੇ, ਧੀਰਜ, ਮਤ, ਗਿਆਨ, ਭਾਉ, ਘਾਲ ਤੇ ਪ੍ਰੇਮ ਗੁਣ ਧਾਰਨ ਕਰਨੇ ਸੀ। ਬਾਬਾ ਜੀ ਇਹ ਗੁਣ ਮੇਰੇ ਵਿੱਚੋਂ ਮੈਨੂੰ ਭਾਲਿਆਂ ਵੀ ਨਜ਼ਰ ਨਹੀਂ ਆਉਂਦੇ। ਗੱਲ ਕੀ ਬਾਬਾ ਜੀ, ਮੇਰੇ ਗੁਨਾਹਾਂ ਦੀ ਲਿਸਟ ਬਹੁਤ ਲੰਮੀ ਹੈ। ਬਾਬਾ ਜੀ ਬਾਹਰੀ ਸਿੱਖੀ ਰੱਖਣੀ ਤਾਂ ਬਹੁਤ ਸੌਖੀ ਹੈ, ਪਰ ਕਈ ਵਾਰੀ ਅਸੀਂ ਆਮ ਸੁਣਦੇ ਹਾਂ ਕਿ ਸਿੱਖੀ ਮਨ ਦੀ ਹੋਣੀ ਚਾਹੀਦੀ ਹੈ ਤੇ ਮਨ ਸਾਫ਼ ਹੋਣਾ ਚਾਹੀਦਾ ਹੈ, ਪਰ ਇਹ ਤਾਂ ਖੇਡ ਹੀ ਸਾਰੀ ਮਨ ਦੀ ਹੈ। ਜਿਸ ਨੇ ਮਨ ਜਿੱਤ ਲਿਆ ਉਸ ਨੇ ਜੱਗ ਜਿੱਤ ਲਿਆ। ਬਾਬਾ ਜੀ ਆਪ ਜੀ ਦੇ ਸੁਨਹਿਰੀ ਉਪਦੇਸ਼ਾਂ ਨੂੰ ਮੰਨਣ ਨਾ ਕਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਔਗੁਣਾਂ ਨਾਲ ਭਰਿਆ ਹੋਣ ਕਰਕੇ ਕਿੰਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਵਾਂ ਤੇ ਲਵਾਂ। ਮੇਰੇ ਵਿੱਚ ਦਾਤਾ ਬੇਅੰਤ ਔਗੁਣ ਹਨ, ਪਰ ਤੂੰ ਬਖਸ਼ਣਹਾਰ ਦਾ ਤਾਰ ਹੈ। ਬਾਬਾ ਨਾਨਕ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਦਾਤਿਆ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਬਲ ਤਾਕਤ ਬਖਸ਼ੋ ਕਿ ਆਪ ਜੀ ਦੇ ਉਪਦੇਸ਼ਾਂ ਨੂੰ ਮੰਨ ਕੇ ਆਪਣਾ ਜੀਵਨ ਸਚਿਆਰ ਬਣਾ ਸਕਾਂ, ਤੇ ਫਿਰ ਆਪ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੁਬਾਰਕਾਂ ਲੈ ਤੇ ਦੇ ਸਕਾਂ। ਇੱਕ ਵਾਰ ਫਿਰ ਆਪ ਜੀ ਦੇ ਉਪਦੇਸ਼ਾਂ ਨੂੰ ਕਮਾਉਣ ਤੇ ਉਸ ਅਨੁਸਾਰ ਚੱਲਣ ਵਾਲੇ ਗੁਰਸਿੱਖਾਂ ਨੂੰ ਵਧਾਈਆਂ ਭੁੱਲਾਂ ਚੁੱਕਾਂ ਲਈ ਖਿਮਾ। ਲੇਖਕ ਗੁਰਚਰਨ ਸਿੰਘ ਗੁਰਾਇਆ, ਆਵਾਜ਼ ਸੰਦੀਪ ਸਿੰਘ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।